ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵੈਸਾਖ ਧੀਰਨ ਕਿਉ ਵਾਡੀਆਂ, ਜਿਨਾ ਪ੍ਰੇਮ ਬਿਸ਼ੋ। ਹਰ ਸਾਜਨ ਪੁਰਖ ਤਿਆਗ ਕੈ, ਹਰ ਸਾਜਨ ਪੁਰਖ ਵਿਸਾਰ ਕੈ। ਲੱਗੀ ਮਾਇਆ ਧੋ, ਪੁੱਤਰ ਕਲਤਰ ਨ ਸੰਗ ਤਨਾ। ਹਰਿ ਅਬਿਨਾਸੀਓ, ਪੁੱਤਰ ਕਲਤਰ ਨ ਸੰਗ ਤਨਾ। ਹਰਿ ਅਬਿਨਾਸੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵੈਸਾਖ ਧੀਰਨ ਕਿਉ ਵਾਡੀਆਂ, ਜਿਨਾ ਪ੍ਰੇਮ ਬਿਸ਼ੋ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ। ਪੁੱਤਰ ਕਲਤਰ ਨ ਸੰਗ ਤਨਾ। ਹਰਿ ਅਬਿਨਾਸੀਓ, ਪਲਚ ਪਲਚ ਸਗਲੀ ਮੋਈ। ਝੂਠੈ ਧੰਦੈ ਮੋਹ, ਇਕ ਸਹਰ ਕੇ ਨਾਮ ਬਿਨ। ਅੱਗੇ ਲਈਐ ਖੋਹਿ, ਦਇਓ ਵਿਸਾਰ ਵਿਗੋਚਨਾ। ਪ੍ਰਭ ਬਿਨ ਅਵਰ ਨ ਕੋਇ। ਪ੍ਰੀਤਮ ਚਰਨੀ ਜੋ ਲੱਗੈ, ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰਿ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰਿ ਸੋਏ। ਵਾਹਿਗੁਰੂ। ਇਹ ਪਵਿੱਤਰ ਬਚਨ ਰਾਗ ਮਾਂਝ ਅੰਗ 133 12 ਮਾਹਾ। ਮਾਂਝ ਮਹੱਲਾ ਪੰਜਵਾ ਘਰ ਚੌਥਾ। ਇਹ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਛਤਰ ਚਬਰ ਤਖਤ ਦੇ ਮਾਲਕ, ਹਲਤ ਪਲਤ ਕੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨ, ਜੋ ਲੜੀਵਾਰ ਕਥਾ ਮੁਤਾਬਕ ਆਪਾਂ
12 ਮਾਹਾਂ ਦੀ ਕਥਾ 'ਤੇ ਪਹੁੰਚੇ ਹਾਂ। ਪਿਛਲੇ ਦਿਨੀ ਆਪਾਂ ਚੇਤ ਮਹੀਨੇ ਦੇ ਸ਼ਬਦ ਦੀ ਕਥਾ ਸਰਵਣ ਕੀਤੀ। ਚੇਤ ਭਾਵ ਸਿਮਰਨ, ਚੇਤਨਾ ਯਾਦ ਕਰਨਾ। ਚੇਤ ਮਿਲਾਏ ਸੋ ਪ੍ਰਭੂ। ਪ੍ਰਭੂ ਦੀ ਯਾਦ ਹੀ ਸਾਨੂੰ ਪ੍ਰਭੂ ਵਿੱਚ ਮਿਲਾ ਸਕਦੀ ਹੈ। ਪ੍ਰਭੂ ਦਾ ਸਿਮਰਨ ਹੀ ਸਾਨੂੰ ਪ੍ਰਭੂ ਨਾਲ ਮਿਲਾ ਸਕਦਾ ਹੈ। ਜਿਹੜਾ ਮੈਨੂੰ ਉਸ ਪਰਮੇਸ਼ਰ ਨਾਲ ਮਿਲਾ ਦੇਵੇ, ਤਿਸ ਕੈ ਪਾਏ ਲੱਗਾ। ਮੈਂ ਉਹਨਾਂ ਦੇ ਪੈਰੀਂ ਪੈਂਦਾ ਹਾਂ। ਕੋਈ ਜਨ ਹਰਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਤੇ ਅੱਜ ਦੇ ਸ਼ਬਦ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੀ ਗੱਲ ਕਰਦੇ ਹੈ ਜਿਹੜੇ ਮਾਲਕ ਤੋਂ ਵਿਛੜੇ ਹੋਏ ਆ। ਅਗਲਾ ਸ਼ਬਦ ਹੈ ਵੈ ਸਾਖ ਧੀਰਨ ਕਿਉਂ ਵਾਢੀਆਂ। ਵੈਸਾਖ ਦੇ ਮਹੀਨੇ ਰਾਹੀਂ ਜਾਂ 12 ਮਾਹਾਂ ਦੇ ਮੁਤਾਬਕ ਇਸ ਤੀਸਰੇ ਸ਼ਬਦ ਰਾਹੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ। ਵੈਸਾਖ ਧੀਰਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਬਿਸ਼ੋਹ। ਮਨੁੱਖਾ ਸਰੀਰ ਰੂਪੀ ਵੈਸਾਖ ਦੇ ਮਹੀਨੇ ਵਿੱਚ ਉਸ ਪਤੀ ਪਰਮੇਸ਼ਰ ਤੋਂ ਵਾਢੀਆਂ ਵਿਛੜੀਆਂ ਹੋਈਆਂ ਜਗਿਆਸੂ ਰੂਪੀ ਜੀਵ ਇਸਤਰੀਆਂ ਨੂੰ ਕਿਵੇਂ ਧੀਰਜ ਆ ਸਕਦਾ ਹੈ, ਜਿਹੜੀਆਂ ਆਪਣੇ ਪਿਆਰੇ ਤੋਂ ਵਿਛੜੀਆਂ ਹਨ। ਜਿਨ੍ਹਾਂ ਦਾ ਵਾਹਿਗੁਰੂ ਦੇ ਪ੍ਰੇਮ ਦਾ ਵਿਛੋੜਾ ਹੈ, ਉਹ ਕਿਵੇਂ ਮਾਲਕ ਨੂੰ ਮਿਲ ਸਕਦੀਆਂ ਹਨ, ਅਤੇ ਜਿੰਨਾ ਚਿਰ ਨਹੀਂ ਮਿਲਦੀਆਂ ਉਹਨਾਂ ਨੂੰ ਕਿਵੇਂ ਧੀਰਜ ਆ ਸਕਦਾ। ਹੁਣ ਅਗਲਾ ਅਰਥ ਇਸ ਦਾ ਧੰਨ ਧੰਨ ਸ੍ਰੀ ਗੁਰੂ ਪਾਤਸ਼ਾਹ ਜੀ ਕਰਦੇ ਹਨ ਕਿ ਵੈਸਾਖ ਤਾਂ ਸੰਧੀ ਛੇਦ ਅਰਥਾਂ ਦੇ ਮੁਤਾਬਕ ਆਪਾਂ ਜਦ ਇਹਦੇ ਅਰਥ ਕਰਾਂਗੇ ਤਾਂ ਵੈ ਅਲੱਗ ਹੋ ਜਾਵੇਗਾ, ਸਾਖ ਅਲੱਗ ਹੋ ਜਾਵੇਗਾ। ਵੈ ਦਾ ਅਰਥ ਹੈ ਉਹ, ਤੇ ਸ਼ਾਖ ਦਾ ਅਰਥ ਹੈ ਟਾਹਣੀ, ਡਾਲੀ। ਕਿਸੇ ਦਰਖਤ ਦੇ ਨਾਲ ਜੁੜੀ ਹੋਈ ਟਾਹਣੀ ਜਿਹੜੀ ਹੈ ਉਹ ਖੁਰਾਕ ਵੀ ਲੈਂਦੀ ਹੈ, ਹਰੀ ਭਰੀ ਰਹਿੰਦੀ ਹੈ। ਅਤੇ ਜਿਹੜੀ ਟਾਹਣੀ ਦਰਖਤ ਨਾਲੋਂ ਟੁੱਟ ਜਾਵੇ, ਜਿਹੜਾ ਦਰਖਤ ਦੇ ਨਾਲੋਂ ਪੱਤਾ ਟੁੱਟ ਜਾਵੇ, ਟਾਹਣੀ ਟੁੱਟ ਜਾਵੇ, ਉਹ ਸੁੱਕ ਸੜ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਉਹਨੂੰ ਖੁਰਾਕ ਵੀ ਨਹੀਂ ਮਿਲਦੀ ਮੁੜ ਕੇ, ਉਹ ਕਾਲੀ ਪੈ ਜਾਂਦੀ ਹੈ। ਫਿਰ ਹਵਾ ਹਨੇਰੀ ਦੇ ਥਪੇੜਿਆਂ ਨਾਲ ਪਤਾ ਨਹੀਂ ਕਿੱਧਰ ਨੂੰ ਜਾਂਦੀ ਆ। ਤੋ ਵੈਸਾਖ ਦਾ ਅਰਥ ਇੱਥੇ ਹੈ ਉਹ ਟਾਹਣੀ, ਪਰ ਇੱਥੇ ਦਰਖਤ ਦੀ ਟਾਹਣੀ ਦੀ ਉਦਾਹਰਨ ਦੇ ਕੇ ਸਾਨੂੰ ਗੱਲ ਕਰਦੇ ਆ ਮਨੁੱਖਾ ਰੂਪੀ ਟਾਹਣੀ ਦੀ, ਕਿਉਂਕਿ ਪਰਮੇਸ਼ਰ ਇੱਕ ਵਿਰਾਟ ਦਰਖਤ ਹੈ। ਇਹ ਸੰਸਾਰ ਜਿਹੜਾ ਹੈ ਪਰਮੇਸ਼ਰ ਦਾ ਵਿਰਾਟ ਸਰੂਪ ਹੈ। ਆਪਾਂ ਉਹਦੇ ਵਿੱਚ ਰੋਮਾਂ ਦੀ ਨਿਆਈ ਆ। ਜਿਵੇਂ ਸਾਡਾ ਸਰੀਰ ਇੱਕ ਵਿਰਾਟ ਹੈ ਔਰ ਇਹਦੇ ਉੱਤੇ ਨਿੱਕੇ ਨਿੱਕੇ ਕਰਕੇ ਕਰੋੜਾਂ ਹੀ ਰੋਮ ਹਨ। ਸਤਿਗੁਰੂ ਪਾਤਸ਼ਾਹ ਲਿਖਦੇ ਨੇ ਪਾਰ ਬ੍ਰਹਮ ਕੀ ਦੇਹ ਮੋ, ਪਰਮੇਸ਼ਰ ਦੇ ਵਿਰਾਟ ਸਰੂਪ ਵਿੱਚ ਕੋਟਕ ਵਿਸ਼ਨ ਮਹੇਸ਼। ਤੁਸੀਂ ਤਾਂ 2-3 ਦੇਵਤਿਆਂ ਨੂੰ ਜਾਣਦੇ ਹੋਵੋਗੇ, ਬਾਬਾ ਜੀ ਕਹਿੰਦੇ ਕਰੋੜਾਂ ਹੀ ਆ। ਕਰੋੜਾਂ ਹੀ ਵਿਸ਼ਨੂੰ ਹੈ, ਕਰੋੜਾਂ ਹੀ ਮਹੇਸ਼ ਹੈ, ਕਰੋੜਾਂ ਹੀ ਬ੍ਰਹਮਾ ਹੈ। ਹਿੰਦੂ ਮੱਤ ਨੇ 33 ਕਰੋੜ ਦੇਵੀ ਦੇਵਤਾ ਮੰਨਿਆ, ਪਰ ਗੁਰੂ ਕਹਿੰਦਾ ਨਹੀਂ, ਕੋਟਕ ਕਰੋੜਾਂ ਹੀ। ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਬ ਸੱਸ ਕਰੋੜ ਜਲੇਸ। ਅਸੀਂ ਤਾਂ 2 ਚੰਦਰਮਾ ਤੇ ਸੂਰਜ ਨੂੰ ਜਾਣਦੇ ਹਾਂ, ਪਾਤਸ਼ਾਹ ਕਹਿੰਦੇ ਇਹ ਵੀ ਕਰੋੜਾਂ ਹੀ ਆ। ਤਾਂ ਤੇ ਇੱਥੇ ਵੈਸਾਖ ਦਾ ਅਰਥ ਹੋ ਗਿਆ ਸਾਡਾ ਸਰੀਰ ਰੂਪੀ ਟਾਹਣੀ।
ਹੁਣ ਜਿਹੜਾ ਸਰੀਰ ਮਾਲਕ ਨਾਲ ਜੁੜਿਆ ਹੋਇਆ, ਜਿਹੜਾ ਸਰੀਰ ਪਰਮੇਸ਼ਰ ਨਾਲ ਜੁੜਿਆ ਹੋਇਆ, ਉਹ ਹਰਾ ਭਰਾ ਰਹਿੰਦਾ, ਟਾਹਣੀ ਦੀ ਨਿਆਈ। ਤਾਈਓ ਤਾਂ ਗੁਰੂ ਅਰਜਨ ਦੇਵ ਜੀ ਜੋ ਅੱਜ ਰੁੱਤ ਚੱਲ ਰਹੀ ਹੈ ਬਸੰਤ ਕੀ, ਬਸੰਤ ਰੁੱਤ ਦੇ ਰਾਹੀਂ ਸੁਨੇਹਾ ਦਿੰਦੇ ਆ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਤੇ ਉਹ ਖੁਰਾਕ ਤਾਂ ਹੀ ਮਿਲੂ ਜੀ ਨਾਲ ਜੁੜਿਆ ਹੋਊਗਾ, ਜੇ ਟੁੱਟਿਆ ਹੋਊ ਤੇ ਫਿਰ ਕਿਵੇਂ ਮਿਲੂਗੀ? ਫਿਰ ਤਾਂ ਰਾਹ 'ਚ ਹੀ ਰਹਿ ਜੂ। ਬਸੰਤ ਕੀ ਵਾਰ ਮਹੱਲ ਪੰਜਵਾ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਕਰਮ ਲਿਖੰਤੇ ਪਾਈ ਹੈ, ਇਹ ਰੁੱਤ ਸਹਾਈ। ਆ ਥੋੜ੍ਹੀ ਠੰਡ ਘਟ ਗਈ, ਗਰਮੀ ਹਜੇ ਆਈ ਨਹੀਂ, ਥੋੜ੍ਹਾ ਚੰਗਾ ਲੱਗਣ ਲੱਗਿਆ ਨਾ। ਬਸੰਤ ਰੁੱਤ ਜਿਹੜੀ ਹੈ, ਇਹਦਾ ਸਰੂਪ ਕੀ ਹੈ? ਠੰਡ ਦਾ ਘਟ ਜਾਣਾ, ਗਰਮੀ ਹਜੇ ਆਈ ਨਹੀਂ, ਥੋੜ੍ਹੀ ਜੀਵਾਂ ਨੂੰ, ਪਸ਼ੂ ਪੰਛੀਆਂ ਨੂੰ, ਮਨੁੱਖਾਂ ਨੂੰ, ਇਸਤਰੀਆਂ ਨੂੰ ਰਾਹਤ ਮਿਲੀ ਠੰਡ ਤੋਂ। ਪਿਛਲੇ ਦਿਨੀ ਬੜੀ ਭਿਆਨਕ ਠੰਡ ਸੀ, ਇੱਕ ਉਹ ਵੀ ਠੰਡ ਸੀ ਜਿਨ੍ਹਾਂ ਠੰਡ ਦੇ ਵਿੱਚ ਸਤਿਗੁਰਾਂ ਦੇ ਅਨੰਨ ਪਿਆਰੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਿਛੜ ਗਏ, ਜਿਨ੍ਹਾਂ ਨੇ ਉਹ ਪੋਹ ਦੀ ਠੰਡ ਆਪਣੇ ਸਰੀਰ 'ਤੇ ਹੰਢਾਈ, ਠੰਡੇ ਬੁਰਜ ਵਿੱਚ ਬੈਠ ਕੇ। ਕਿਤਨੀ ਦੁਖਦਾਈ ਹੋਵੇਗੀ ਉਹ ਠੰਡ। ਚਲੋ ਖੈਰ, ਹੁਣ ਬਸੰਤ ਆਈ। ਸਤਿਗੁਰ ਪਾਤਸ਼ਾਹ ਕਹਿੰਦੇ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ। ਆ ਦੇਖ ਸਿੱਖਾ, ਬਸੰਤ ਰੁੱਤ ਵਿੱਚ ਵਣ ਤ੍ਰਿਣ ਤ੍ਰੈ ਭਵਨ ਮੌਲਿਆ। ਸਾਰੀ ਜੰਗਲਾਤ, ਸਾਰੀ ਕੁਦਰਤ, ਸਾਰੀ ਬਨਸਪਤੀ ਹਰੀ ਭਰੀ ਹੋਣ ਲੱਗੀ ਆ, ਕਿਉਂਕਿ ਸਿਆਲ ਵਿੱਚ ਇਹਦੇ ਪੱਤੇ ਸੁੱਕ ਗਏ ਸਨ, ਸੜ ਗਏ ਸਨ। ਠੰਡ ਦੇ ਕਾਰਨ ਜਿਹੜੇ ਦਰਖਤ ਰੁੰਡ ਮੁੰਡ ਹੋ ਗਏ ਸੀ, ਉਹਨਾਂ 'ਚ ਦੁਬਾਰੇ ਫੁੱਟਣਾ ਸ਼ੁਰੂ ਹੋ ਗਏ ਆ, ਫੁਟਾਰਾ ਸ਼ੁਰੂ ਹੋ ਗਿਆ, ਨਵੇਂ ਪੱਤੇ, ਨਵੀਆਂ ਟਾਹਲੀਆਂ ਨਿਕਲਣ ਲੱਗੀਆਂ। ਉਹਨਾਂ ਕਾਲਿਆਂ ਪੀਲੀਆਂ 'ਤੇ ਦੁਬਾਰੇ ਹਰਿਆਲੀ ਆਉਣ ਲੱਗੀ ਆ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਕਰਮ ਲਿਖੰਤੇ ਪਾਈਐ ਰੁੱਤ ਸੁਹਾਈ। ਵਣ ਤ੍ਰਿਣ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਿਲ ਪਾਈ। ਇਵੇਂ ਜਿਵੇਂ ਬਨਸਪਤੀ ਦੀ ਉਦਾਹਰਨ ਦੇ ਕੇ ਪਾਤਸ਼ਾਹ ਕਹਿੰਦੇ, ਮਿਲ ਸਾਧੂ ਸੁਖ ਉਪਜੈ। ਤੇਰੇ 'ਤੇ ਹਰਿਆਲੀ ਆਊਗੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ। ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ। ਨਾਨਕ ਸਿਮਰੈ ਏਕ ਨਾਮ। ਜੇ ਤੂੰ ਉਸ ਇੱਕ ਦੇ ਨਾਲ ਜੁੜ ਜਾਵੇਂ, ਫਿਰ ਬਹੁੜ ਨਾ ਧਾਈ, ਤੇਰੀ ਭਟਕਣਾ ਖਤਮ ਹੋ ਜਾਵੇ। ਧਾਵਨਾ ਹੁੰਦਾ ਭੱਜ ਦੌੜ। ਨਾਨਕ ਸਿਮਰੈ ਏਕ ਨਾਮ, ਫਿਰ ਬਹੁੜ ਨਾ ਧਾਈ। ਫਿਰ ਕੀ ਹੋਵੇਗਾ? ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਉਹ ਪੰਜੇ ਜਿਹੜੇ ਮਹਾਬਲੀ ਸਾਨੂੰ ਦਵੱਲੀ ਫਿਰਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕਾਬੂ 'ਚ ਆ ਜਾਣਗੇ। ਪਰਮੇਸ਼ਰ ਦਾ ਨਾਮ ਜਪ ਕੇ, ਗੁਰੂ ਦਾ ਆਸਰਾ ਲੈ ਕੇ, ਕਰ ਸੱਚਾ ਢੋਆ। ਢੋਆ ਹੁੰਦਾ ਹੈ ਆਸਰਾ, ਮਾਲਕ ਦਾ ਆਸਰਾ ਲੈ ਕੇ ਇਹਨਾਂ ਪੰਜਾਂ ਨੂੰ ਕਾਬੂ 'ਚ ਕਰ। ਜਿਹੜੇ ਤੇਰੇ ਸਰੀਰ ਵਿੱਚ ਕਮਜ਼ੋਰੀ, ਕਲਿਆਣ, ਪਲਤਨ ਆਦਿ ਲੈ ਕੇ ਆਉਂਦੇ ਆ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਆਪਣੇ ਚਰਨ ਜਪਾਏ। ਸਤਿਗੁਰ ਨੇ ਸਾਨੂੰ ਜੁਗਤੀ ਨਾਲ ਆਪਦੇ ਚਰਨਾਂ ਨਾਲ ਜੋੜ ਕੇ ਇੱਕ ਜੀਵਨ ਬਖਸ਼ਿਆ। ਫਿਰ ਪਾਏ ਨਾ ਮੋਆ, ਫਿਰ ਜੰਮਣਾ ਮਰਨਾ ਖਤਮ ਹੋ ਜਾਵੇਗਾ। ਤੋ ਵੈਸਾਖ ਰਾਹੀਂ ਵਿਛੋੜੇ ਦੀ ਗੱਲ ਕਰਦੇ ਆ, ਚੇਤ ਰਾਹੀਂ ਮਿਲਣ ਦੀ ਗੱਲ ਕੀਤੀ, ਮਿਲਿਆ ਹੋਇਆਂ ਦੀ ਗੱਲ ਕੀਤੀ, ਮਿਲਾਪ ਦੀ ਗੱਲ ਕੀਤੀ। ਵੈਸਾਖ ਰਾਹੀਂ ਦੱਸਦੇ ਆ ਕਿ ਵਿਛੋੜੇ ਦਾ ਕਿੰਨਾ ਦੁੱਖ ਆ। ਵੈਸਾਖ ਉਹਨਾਂ ਜੀਵ ਇਸਤਰੀਆਂ ਨੂੰ, ਉਹਨਾਂ ਸਰੀਰਾਂ ਨੂੰ ਧੀਰਨ ਕਿਉਂ ਵਾਢੀਆਂ, ਜਿਹੜੀਆਂ ਵਿਛੜੀਆਂ ਹੋਈਆਂ ਉਹਨਾਂ ਨੂੰ ਕਿਵੇਂ ਧੀਰਜ ਆ ਸਕਦਾ? ਜਿਨ੍ਹਾਂ ਪ੍ਰੇਮ ਵਿਛੋਹ, ਜਿਹੜੀਆਂ ਆਪਣੇ ਪਿਆਰੇ ਤੋਂ ਵਿਛੜੀਆਂ। ਹਰ ਸਾਜਨ ਪੁਰਖ ਵਿਸਾਰ ਕੈ। ਤੇ ਵਿਛੋੜੀਆਂ ਮਾਲਕ ਨੇ ਨਹੀਂ, ਅਸੀਂ ਵਿਛੜਿਆਂ ਆਪੇ। ਸ਼ੁਰੂਆਤ ਕੀਤੀ ਸ਼ਬਦ ਦੀ 12 ਮਾਹਾਂ ਦੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਆਪਣੀਆਂ ਗਲਤੀਆਂ ਕਰਕੇ, ਆਪਣੀਆਂ ਕਿਰਤਾਂ ਕਰਕੇ, ਆਪਣੇ ਮਾੜੇ ਕੰਮਾਂ ਕਰਕੇ ਵਿਛੜੇ ਆ। ਉਹਨੇ ਨਹੀਂ ਵਿਛੋੜਿਆ,
ਆ ਮੇਲੇ ਦੇ ਵਿੱਚ ਵੇਖੋ ਨਾ, ਬੱਚਾ ਜਾਂਦਾ ਬਾਪ ਦੇ ਨਾਲ ਮੇਲਾ ਵੇਖਣ, ਤੇ ਬਾਪ ਦੀ ਉਂਗਲ ਛੱਡ ਛੱਡ ਕੇ ਭੱਜਦਾ, ਬਾਪ ਫਿਰ ਬਾਂਹ ਫੜਦਾ, ਤੇ ਬੱਚਾ ਜਿਹੜਾ ਹੈ ਉਹ ਮੇਲੇ ਦੀ ਚਕਾਚੌਂਧ ਵੇਖ ਕੇ, ਮੇਲੇ ਦੇ ਖਿਡੌਣੇ ਦੇਖ ਕੇ ਉਹਨਾਂ ਵੱਲ ਭੱਜਦਾ, ਮੇਲੇ ਦੀਆਂ ਮਠਿਆਈਆਂ ਦੇਖ ਕੇ ਉਹਨਾਂ ਵੱਲ ਭੱਜਦਾ, ਮੈਂ ਉਹ ਲੈਣੀ ਹੈ। ਕਈ ਵਾਰੀ ਬੱਚਾ ਇਕੱਲਾ ਹੀ ਬਾਪੂ ਨੂੰ ਉਂਗਲ ਛੱਡ ਕੇ ਭੱਜ ਲੈਂਦਾ, ਬਾਪੂ ਫਿਰ ਮਗਰ ਭੱਜ ਕੇ ਬਾਂਹ ਫੜਦਾ, ਉਹ ਇਹ ਗਵਾਚ ਜਾਏਗਾ ਤੂੰ। ਅਸੀਂ ਇਹ ਸੰਸਾਰ ਦੇ ਮੇਲੇ ਵਿੱਚ ਗਵਾਚ ਗਏ ਬਾਪੂ ਦੀ ਬਾਂਹ ਛੱਡ ਕੇ, ਕਹੋ ਸਤਿਨਾਮ, ਹੱਥ ਛੱਡ ਕੇ, ਉਂਗਲ ਛੱਡ ਕੇ। ਤੇ ਜਦੋਂ ਬਾਪੂ ਦੀ ਉਂਗਲ ਛੱਡ ਕੇ ਮੇਲੇ 'ਚ ਵੜ ਗਿਆ ਨਾ, ਫਿਰ ਉਹੀ ਮੇਲਾ ਫਿੱਕਾ ਲੱਗਣ ਲੱਗ ਗਿਆ। ਬੱਚੇ ਦੀ ਗੱਲ ਕਰਾਂ ਮੈਂ, ਜਦੋਂ ਬੱਚਾ ਮੇਲੇ ਦੇ ਵਿੱਚ ਭੱਜ ਗਿਆ ਨਾ ਉਂਗਲ ਛੱਡ ਕੇ ਬਾਪੂ ਦੀ, ਤੇ ਮੁੜ ਕੇ ਬਾਪੂ ਵਿਛੜ ਗਿਆ ਤੇ ਬਾਪੂ ਨੂੰ ਟੱਕਰਿਆ ਨਹੀਂ। ਹੁਣ ਬਾਪੂ ਉਹਨੂੰ ਲੱਭਦਾ ਫਿਰਦਾ ਤੇ ਉਹ ਬਾਪੂ ਨੂੰ ਲੱਭਦਾ ਫਿਰਦਾ, ਤੇ ਉਹੀ ਮੇਲਾ, ਉਹੀ ਖੇਡਾਂ, ਉਹੀ ਮਠਿਆਈਆਂ, ਉਹੀ ਚਕਾਚੌਂਧ ਚੰਗੀ ਨਹੀਂ ਲੱਗਦੀ। ਹੁਣ ਕਹੋ ਸਤਿਨਾਮ, ਉਹ ਹਾਲਤ ਸਾਡੀ ਆ। 10ਵੇਂ ਪਾਤਸ਼ਾਹ ਜੀ ਇਸ ਨੂੰ ਮੇਲਾ ਕਹਿੰਦੇ ਆ, ਤਮਾਸ਼ਾ ਕਹਿੰਦੇ ਆ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਜੋ ਮੁਝ ਕੋ ਪਰਮੇਸ਼ਰ ਉਚਰੈ, ਤੇ ਨਰ ਨਰਕ ਕੁੰਡ ਮੈਂ ਪਰ ਹੈ। ਤਾਂ ਸਤਿਗੁਰੂ ਪਾਤਸ਼ਾਹ ਨੂੰ ਤਮਾਸ਼ਾ ਦੱਸਦੇ ਆ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋਹੋ। ਜਿਹੜੇ ਜੀਵ ਮਾਇਆ ਦੇ ਧੋਖੇ ਵਿੱਚ ਫਸ ਗਏ, ਮਾਇਆ ਦੀ ਚਕਾਚੌਂਧ ਵੇਖ ਕੇ ਇਹਦੇ ਵਿੱਚ ਫਸ ਗਏ, ਉਹਨਾਂ ਨੇ ਮਾਲਕ ਨੂੰ ਵਿਸਾਰ ਦਿੱਤਾ, ਤੇ ਜਿਨ੍ਹਾਂ ਨੇ ਵਿਸਾਰ ਦਿੱਤਾ ਉਹ ਦੁਖੀ ਹੋ ਰਹੇ ਆ। ਕਹੋ ਸਤਿਨਾਮ ਸੀ, ਉਹ ਦੁਖੀ ਹੋ ਰਹੇ ਨੇ। ਸਿੱਖੋ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਪੁੱਤਰ ਕਲਤਰ ਨ ਸੰਗ ਧਨਾ। ਜੀਵ ਦੇ ਨਾਲ ਇਹਨਾਂ ਚੋਂ ਕਿਸੇ ਨੇ ਵੀ ਨਹੀਂ ਜਾਣਾ, ਨਾ ਧੀਆਂ ਪੁੱਤਰਾਂ ਨੇ, ਨਾ ਇਸਤਰੀ ਨੇ, ਨਾ ਇਸਤਰੀ ਦੇ ਨਾਲ ਮਨੁੱਖ ਨੇ, ਨਾ ਸੰਗ ਧਨਾ, ਨਾ ਮਾਇਆ ਨੇ। ਜੀ ਹਮੇਸ਼ਾ ਕੋਈ ਨਾਲ ਰਹਿਣ ਵਾਲਾ ਹੈ, ਹਰ ਅਬਿਨਾਸ਼ੀ ਉਹ ਕੇਵਲ ਪਰਮੇਸ਼ਰ, ਅਬਿਨਾਸ਼ੀ ਪਰਮਾਤਮਾ, ਉਹ ਹੀ ਤੇਰੇ ਨਾਲ ਰਹਿਣ ਵਾਲਾ ਹੈ। ਭਲਿਆ ਤੂੰ ਉਸ ਨੂੰ ਛੱਡ ਕੇ ਮੇਲੇ ਵਿੱਚ ਗੁੰਮ ਨਾ ਜਾਈਂ, ਗਵਾਚ ਨਾ ਜਾਈਂ। ਬੰਦਾ ਗਵਾਚਿਆ ਤਾਂ ਆਪ ਹੈ, ਤੇ ਲੱਭਦਾ ਫਿਰਦਾ ਪਰਮੇਸ਼ਰ ਨੂੰ। ਆਪਣੇ ਆਪ ਨੂੰ ਲੱਭ ਲੈ, ਪਰਮੇਸ਼ਰ ਲੱਭ ਜੂਗਾ। ਜੇ ਗੱਲ ਕਰੀਏ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਛੋਟੀ ਜਿਹੀ ਇੱਕ ਸਾਖੀ ਸਾਂਝੀ ਕਰੀਏ। ਜਿਸ ਵੇਲੇ ਸਤਿਗੁਰੂ ਆਪਣੇ ਸਾਥੀਆਂ ਸਮੇਤ, ਗੁਰੂ ਪਿਆਰਿਓ, ਰਾਜੇ ਸ਼ਿਵਨਾਵ ਨੂੰ ਮਿਲਣ ਵਾਸਤੇ ਜਾਂਦੇ ਆ, ਜਿਸ ਨੂੰ ਕਿ ਮਨਸੁਖ ਦਾਸ ਜਿਹੜਾ ਹੈ ਉਹ ਚੇਟਕ ਲਾਇਆ ਸੀ ਬਾਬੇ ਨਾਨਕ ਦੇ ਪਿਆਰ ਦੀ। ਤੇ ਉਹ ਰਾਜਾ ਕਵਲ ਆਪਣਾ ਸ਼ਿਵਨਾਵ ਰਾਜਾ ਮਨਸੁਖ ਦਾਸ ਨੂੰ ਕਹਿੰਦਾ, ਮੈਨੂੰ ਮਾਲਕ ਨਾਲ ਮਿਲਾ। ਮਨਸੁਖ ਦਾਸ ਕਹਿੰਦਾ, ਉਹ ਆਪੇ ਹੀ ਆਊਗਾ, ਤੂੰ ਬੈਠ ਕੇ ਯਾਦ ਕਰ। ਹੁਣ ਜਿਹੜਾ ਰਾਜਾ ਸ਼ਿਵਨਾਵ ਹੈ ਉਹ ਬੈਠ ਕੇ ਯਾਦ ਕਰਨ ਲੱਗੇ ਆ। ਹੌਲੀ ਹੌਲੀ ਇਹਦਾ ਗੱਲ ਬਾਹਰ ਨਿਕਲ ਗਈ, ਔਰ ਪਤਾ ਲੱਗਿਆ ਸੰਸਾਰ ਨੂੰ ਕਿ ਜਿਹੜਾ ਰਾਜਾ ਸ਼ਿਵਨਾਵ ਹੈ ਨਾ, ਇਹ ਨਾ ਬਾਬੇ ਨਾਨਕ ਨੂੰ ਮਿਲਣਾ ਚਾਹੁੰਦੇ, ਤੇ ਕਈ ਪਖੰਡੀ ਸਾਧ ਉੱਥੇ ਨਾਨਕ ਬਣ ਕੇ ਜਾਣ ਲੱਗ ਪਏ। ਆ ਜਿਵੇਂ ਪਿਛਲੇ ਦਿਨਾਂ 'ਚ ਕਿਸੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਿਆ, ਅੰਮ੍ਰਿਤ ਬਣਾਉਣ ਦਾ ਸਵਾਂਗ ਧਾਰਿਆ। ਸਵਾਂਗ ਧਾਰ ਕੇ ਲੋਕ ਸ਼ਿਵਨਾਵ ਦੇ ਇਲਾਕੇ ਜਾਂਦੇ ਆ, ਔਰ ਕੋਈ ਪਿੰਡ ਵਾਲੇ ਪੁੱਛਦੇ ਆ, ਬਾਬਾ ਜੀ ਤੁਸੀਂ ਕੌਣ? ਜੀ ਅਸੀਂ ਨਾਨਕ ਹਾਂ। ਅੱਛਾ। ਗੱਲ ਚਲਦੀ ਚਲਦੀ ਰਾਜੇ ਸ਼ਿਵਨਾਵ ਕੋਲੇ ਪਹੁੰਚਦੀ ਆ। ਰਾਜਾ ਸ਼ਿਵਨਾਵ ਭੱਜਿਆ ਭੱਜਿਆ ਮਿਲਣ ਵਾਸਤੇ ਆਉਂਦਾ, ਨਾਨਕ ਆ ਗਿਆ। ਪਰ ਜਦੋਂ ਰਾਜਾ ਪੁੱਛ ਗਿੱਛ ਕਰਦਾ, ਗੱਲਬਾਤ ਕਰਦਾ, ਤੇ ਪਤਾ ਲੱਗਦਾ ਵੀ ਇਹ ਉਹ ਨਾਨਕ ਨਹੀਂ ਜਿਹਦੀ ਗੱਲ ਮਨਸੁਖ ਦਾਸ ਕਰਦਾ, ਇਹ ਤਾਂ ਕੋਈ ਪਖੰਡੀ ਲੱਗਦਾ। ਕਹਿੰਦੇ 5-7 ਵਾਰੀ ਤਾਂ ਰਾਜਾ ਸ਼ਿਵਨਾਵ ਆਇਆ, ਪਰ ਫਿਰ ਉਹਨੂੰ ਜੱਜਮੈਂਟ ਹੋ ਗਈ ਵੀ ਨਾ ਪਖੰਡੀ ਲੋਕ ਮੈਨੂੰ ਲੁੱਟਣਾ ਚਾਹੁੰਦੇ ਆ।
ਇੱਥੇ ਆ ਕੇ ਕਹਿ ਦਿੰਦੇ ਆ ਅਸੀਂ ਨਾਨਕ ਹਾਂ, ਪਰ ਨਾ ਤਾਂ ਇਹਨਾਂ ਦੇ ਉਹ ਐਡਰੈਸ ਹਨ ਅਤੇ ਨਾ ਹੀ ਇਹਨਾਂ ਕੋਲ ਉਹ ਗੱਲ ਹੈ। ਕਿਉਂਕਿ ਐਡਰੈਸ ਵੀ ਦੇ ਗਿਆ ਮਨਸੁਖ ਦਾਸ, ਬੀਬਾ ਬਾਬਾ ਨਾਨਕ ਹੈ ਜਿਹੜਾ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਹੈ, ਖੱਤਰੀ ਹੈ। ਕੁਝ ਐਡਰੈਸ ਦੱਸ ਗਿਆ, ਨਾ ਤਾਂ ਐਡਰੈਸ ਮਿਲਦਾ ਅਤੇ ਨਾ ਹੀ ਉਹ ਗੱਲ ਮਿਲਦੀ ਆ ਜਿਹੜੀ ਮਨਸੁਖ ਦੱਸ ਗਿਆ। ਅਤੇ ਰਾਜਾ ਉਹਨਾਂ ਨੂੰ ਭਜਾ ਦਿੰਦਾ। ਅਖੀਰ ਵਜ਼ੀਰ ਨੇ ਡਿਊਟੀ ਲਾਤੀ ਵਜ਼ੀਰ ਦੀ, ਬਈ ਜਦੋਂ ਕੋਈ ਇੱਥੇ ਆ ਕੇ ਕਹੇ ਨਾ ਮੈਂ ਨਾਨਕਾ, ਤੂੰ ਪ੍ਰੀਖਿਆ ਲਿਆ ਕਰ। ਪਹਿਲਾਂ ਤਾਂ ਪੈਸੇ ਦਾ ਲਾਲਚ ਦੇ ਕੇ ਵੇਖੀ ਕਿ ਲਾਲਚ ਵਿੱਚ ਆਉਂਦੇ ਆ। ਜੇ ਪੈਸੇ ਦੇ ਲਾਲਚ ਵਿੱਚ ਨਾ ਆਉਣ ਤਾਂ 36 ਪ੍ਰਕਾਰ ਦੇ ਭੋਜਨ ਵੇਖੀ ਖਾਂਦੇ ਆ। ਜੇ ਉਹ ਵੀ ਨਾ ਖਾਣ ਤਾਂ ਫਿਰ ਅਖੀਰਲੀ ਜਿਸ ਤੋਂ ਬੰਦਾ ਡਿੱਗ ਜਾਂਦਾ, ਵੱਡੇ ਬ੍ਰਹਮ ਗਿਆਨੀ ਬ੍ਰਹਮਾ ਵਰਗੇ ਵੀ ਡਿੱਗ ਪਏ, ਜਿਨ੍ਹਾਂ ਤੋਂ ਇਸਤਰੀਆਂ ਨੂੰ ਲੈ ਕੇ ਜਾਈ, ਮੋਹਣੀਆਂ ਇਸਤਰੀਆਂ ਨੂੰ, ਬਾਬਾ ਜੀ ਇਹਨਾਂ ਤੋਂ ਸੇਵਾ ਲਓ। ਅਤੇ ਜੇ ਇਹਨਾਂ ਤੋਂ ਉਹ ਡਿੱਗ ਜਾਣ ਤਾਂ ਭਜਾ ਦਿਆ ਕਰ। ਬਾਰ ਆਉਂਦੇ ਆ ਲੋਕ ਨਾਨਕ ਬਣ ਕੇ। ਵਜ਼ੀਰ ਜਾਂਦਾ, ਪ੍ਰੀਖਿਆ ਲੈਂਦਾ, ਜਦੋਂ ਪਤਾ ਲੱਗ ਜਾਂਦਾ, ਜੱਜਮੈਂਟ ਹੋ ਜਾਂਦੀ ਹੈ ਵੀ ਇਹ ਉਹ ਨਾਨਕ ਨਹੀਂ, ਅਤੇ ਵਜ਼ੀਰ ਭਜਾ ਦਿੰਦਾ। ਅਖੀਰ ਬਾਬਾ ਨਾਨਕ ਪਹੁੰਚ ਗਿਆ ਆਪਣੇ ਸਾਥੀਆਂ ਲੈ ਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਿਵਨਾਭ ਦੇ ਇਲਾਕੇ ਵਿੱਚ ਪਹੁੰਚ ਗਏ। ਔਰ ਉਹਦਾ ਇੱਕ ਬਾਗ ਸੀ ਜਿਹੜਾ ਕਾਲਾ ਹੋ ਰਿਹਾ ਸੀਗਾ, ਅਤੇ ਜਿਸ ਵੇਲੇ ਉਹ ਬਾਗ ਵਿੱਚ ਚਰਨ ਪਾਏ, ਉਹ ਬਾਗ ਹਰਾ ਹੋ ਗਿਆ। ਮਾਲੀ ਹੈਰਾਨ ਹੋਇਆ, ਉਹਨੇ ਭੱਜ ਕੇ ਜਾ ਕੇ ਦੱਸਿਆ, ਰਾਜਾ ਸਾਹਿਬ ਅੱਜ ਇੱਕ ਸਾਧੂ ਆਪਣੇ ਬਾਗ 'ਚ ਆ ਕੇ ਬੈਠਾ, ਬਾਗ ਹਰਾ ਹੋ ਗਿਆ। ਅੱਛਾ, ਪਰ ਉਹ ਗੱਲ ਹੈ ਵੀ ਦੁੱਧ ਦੀ ਸਾੜੀ ਲੱਸੀ ਨੂੰ ਫੂਕਾਂ ਮਾਰ ਪੀਂਦੀ ਹੈ। ਰਾਜਾ ਨਹੀਂ ਆਉਂਦਾ, ਵਜ਼ੀਰ ਨੂੰ ਕਹਿੰਦਾ ਜਾ ਪਤਾ ਲੈ। ਵਜ਼ੀਰ ਆਉਂਦਾ, ਸੁੰਦਰ ਵਸਤਰਾਂ ਦੀ ਆਫਰ ਕਰਦਾ, ਮਹਾਰਾਜ ਨਵੇਂ ਚੋਲੇ ਪਾ ਲਓ, ਆ ਪਟੇ ਹੋਏ ਆ ਤੁਹਾਡੇ, ਪੁਰਾਣੇ ਹੋ ਗਏ। ਕਹਿੰਦੇ ਨਹੀਂ, ਮੈਂ ਨਾਮ ਦਾ ਕੱਪੜਾ ਪਹਿਨਿਆ ਹੋਇਆ। ਫਿਰ ਕਹਿੰਦਾ ਜੀ ਭੋਜਨ ਖਾ ਲਓ। ਨਾਨਕ ਜੀ ਕਹਿੰਦੇ ਨਾਨਕ ਸਿਫਤੀ ਰੱਜਿਆ, ਮੈਂ ਤਾਂ ਸਿਫਤ ਨਾਲ ਹੀ ਰੱਜਿਆ ਹੋਇਆ, ਛੱਡੋ ਖਹਿੜਾ। ਫਿਰ ਹੀਰੇ ਜਵਾਹਰਾਤਾਂ ਦੇ ਥਾਲ ਭਰ ਕੇ ਲਿਆਉਂਦਾ, ਸੋਨੇ ਚਾਂਦੀ ਦੇ। ਮਹਾਰਾਜ ਮਾਇਆ ਤਾਂ ਪ੍ਰਵਾਨ ਕਰੋ, ਰਾਜਾ ਸਾਹਿਬ ਨੇ ਭੇਜੀ ਆ। ਕਹਿੰਦੇ ਸਾਡੇ ਕਿਸ ਕੰਮ ਹੈ ਮਾਇਆ, ਅਸੀਂ ਤਾਂ ਚੱਲਦੇ ਰਹਿੰਦੇ ਹਾਂ, ਯਾਤਰੀ ਹਾਂ। ਉਹ ਵੀ ਮੋੜ ਦਿੱਤੀ। ਫਿਰ ਆਥਣੇ ਜੇ ਇਸਤਰੀਆਂ ਨੂੰ ਲੈ ਕੇ ਆ ਗਿਆ, ਮੋਹਣੀਆਂ ਇਸਤਰੀਆਂ ਨੂੰ ਮੂਹਰੇ ਬਹਿ ਗਿਆ। ਬੀਬੀਆਂ ਵੀ ਬਹਿ ਗਈਆਂ। ਬੀਬੀਆਂ ਕਹਿੰਦੀਆਂ ਜੀ ਰਾਜਾ ਸਾਹਿਬ ਨੇ ਸਾਨੂੰ ਤੁਹਾਡੀ ਸੇਵਾ 'ਚ ਭੇਜਿਆ, ਤੁਸੀਂ ਥੱਕੇ ਹੋਵੋਗੇ, ਤੁਹਾਡੀ ਮੁੱਠੀ ਚਾਪੀ ਕਰ ਦਈਏ, ਚਰਨ ਘੁੱਟ ਦਈਏ। ਬਾਬਾ ਜੀ ਕਹਿੰਦੇ ਧੀਓ, ਇੰਨੀ ਗੱਲ ਕਹਿੰਦੇ ਹੀ ਉਹਨਾਂ ਦਾ ਪਾਰਾ ਥੱਲੇ ਡਿੱਗ ਪਿਆ। ਕਹੋ ਸਤਨਾਮ, ਜਿਹੜਾ ਦਿਮਾਗ ਨੂੰ ਚੜ੍ਹਿਆ ਸੀ ਵਾਸ਼ਨਾ। ਬਾਬਾ ਜੀ ਕਹਿੰਦੇ ਨਹੀਂ, ਸਾਨੂੰ ਲੋੜ ਨਹੀਂ ਤੁਹਾਡੀ ਸੇਵਾ ਦੀ। ਕਹਿੰਦੀਆਂ ਨਹੀਂ, ਸਾਡੀ ਰਾਜੇ ਨੇ ਡਿਊਟੀ ਲਾਈ ਆ ਜੀ, ਜਦੋਂ ਕੋਈ ਸਾਧੂ ਮਹਾਤਮਾ ਆਵੇ ਤਾਂ ਉਹਨਾਂ ਦੀ ਸੇਵਾ ਕਰਿਆ ਕਰੋ। ਬਾਬਾ ਜੀ ਕਹਿੰਦੇ ਸੇਵਾ ਕਰਨੀ ਤੇ ਆਪਦੇ ਘਰ ਵਾਲਿਆਂ ਦੀ ਕਰੋ, ਜਾ ਕੇ ਵਿਆਹ ਕਰਾ ਲਓ। ਉਹ ਕਹਿੰਦੀਆਂ ਬਾਬਾ ਜੀ ਇੱਥੇ ਬੜੇ ਸਾਧ ਆਉਂਦੇ ਆ, ਅਸੀਂ ਸਭ ਦੀ ਸੇਵਾ ਕਰਦੀਆਂ। ਬਾਬਾ ਜੀ ਕਹਿੰਦੇ ਉਹ ਸਾਧ ਨਹੀਂ ਹੋਣੇ। ਜਗ ਕਹੂਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰਿਆ ਦੇਖ ਭੀਤ। ਇਹ ਜੱਗ ਜਿਹੜਾ ਕਾਂ ਦੀ ਨਿਆਈ ਆ, ਜਿੱਥੇ ਬੁਰਕੀ ਦੇਖਦਾ ਉੱਥੇ ਡਿੱਗ ਪੈਂਦਾ। ਕਹੋ ਸਤਨਾਮ। ਜਾ ਕਹੂਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰਿਆ ਦੇਖ ਭੀਤ। ਜਿਵੇਂ ਕੰਧ ਡਿੱਗ ਪੈਂਦੀ ਹੈ ਨਾ, ਬੁਰਕੀ ਤੇ ਐਂ ਡਿੱਗ ਪੈਂਦਾ ਬੰਦਾ। ਕਹਿੰਦੇ ਗਾਛੋ ਪੁੱਤਰੀ ਰਾਜ ਕੁਮਾਰ, ਜਾਓ ਜੇ ਤੁਸੀਂ ਸੇਵਾ ਕਰਨੀ ਹੈ ਤਾਂ ਵਿਆਹ ਕਰਵਾ ਲਓ ਰਾਜਕੁਮਾਰਾਂ ਦੇ ਨਾਲ, ਔਰ ਫਿਰ ਆਪਣੇ ਪਤੀ ਦੀ ਸੇਵਾ ਕਰੋ। ਨਾਮ ਭਣੋ ਸੱਚ ਦੌਟ ਸਵਾਰ, ਆਪਣੀ ਮੱਤ ਨੂੰ ਟਿਕਾਣੇ ਕਰਕੇ ਨਾਮ ਵੀ ਜਪਿਆ ਕਰੋ। ਜਦੋਂ ਬਾਬਾ ਜੀ ਨੇ ਫਿਰ ਇੱਦਾਂ ਦੀਆਂ ਵਿਚਾਰਾਂ ਉਹਨਾਂ ਬੱਚੀਆਂ ਨੂੰ ਸੁਣਾਈਆਂ, ਉਹਨਾਂ ਇਸਤਰੀਆਂ ਨੂੰ ਸੁਣਾਈਆਂ, ਉਹਨਾਂ ਦੇ ਦਿਮਾਗ ਸੈੱਟ ਕਰਤੇ ਬਾਬਾ ਜੀ ਨੇ। ਪੈਰੀ ਪੈ ਗਈਆਂ। ਹੁਣ ਤੜਕੇ ਜਾ ਕੇ ਰਿਪੋਰਟ ਦਿੰਦੀਆਂ ਰਾਜੇ ਨੂੰ ਕਿ ਰਾਜਾ ਸਾਹਿਬ ਇਹੋ ਹੀ ਨਾਨਕ ਆ। ਵਜ਼ੀਰ ਵੀ ਰਿਪੋਰਟ ਦਿੰਦਾ ਜੀ ਇਹੋ ਹੀ ਨਾਨਕ ਹੈ, ਇਹ ਕਿਸੇ ਵੀ ਲਾਲਚ ਵਿੱਚ ਨਹੀਂ ਆਇਆ, ਨਾ ਮਾਇਆ ਦੇ, ਨਾ ਇਸਤਰੀਆਂ ਦੇ, ਨਾ ਵਸਤੂਆਂ ਦੇ। ਫਿਰ ਰਾਜਾ ਮਿਲਣ ਵਾਸਤੇ ਆਉਂਦਾ ਬਾਬੇ ਨਾਨਕ ਨੂੰ।
फिर राजा जजमेंट करता है, आपकी एड्रैस पुछदा, बाबा जी एड्रैस ही नहीं दसदे। कहं जी तुसीं खत्तरी हो? कहने हाँ मैं नखत्तरी हाँ। जेब आ डंडी ये घट छाबा, कहने जीव डंडी है, हिरदा छाबा है, मैं ये नाल परमेश्वर का नाम तोल तोल के बेचदा। फिर कहता ना जी किते तुसीं जोगी तो नहीं? कहते आहो जोगी समझ लै पाई। गोरखनाथ गोरख सोजन गोए उठाली, मैं कहने मैं वह जोगी हाँ, उसका जिसने सृष्टि नूं संभालिया होया परमेश्वर जोगी गोरखनाथ। भाव के राजा कई ढंगां नाल पुछदा, पातशाह दसदे नहीं। अखीरले शब्द बाबा जी कहते हैं ये नानक। जदों नानक शब्द कहते हैं फिर समझ आता भी है तो ये नानक ही। तो कहना महाराज घरे चलो। बाबा जी कहते आए नहीं जाते असीं घरे, तू साझा स्थान बना, धर्मशाला बना, फिर उत्थे जावांगे ते उत्थे जाके ना फिर आपां सत्संग करांगे। फिर राजे ने मिंटो मिंटी मिस्त्री ला के सांझी जगह बना ली एक धर्मशाला। ते पातशाह नूं लैण आया ते पातशाह अलोप हो गए। हुण ते एक राजे ने परखिया ना, हुण बाबा नानक परखण लगे। कहंदे लै हुण तू सानू परखिया, सी तैनूं परखदे आ। ते जिस वेले राजा लैण आया तो बाबा जी उन्होंने जंगल अपना काले बाग चों मिले ना, तो राजा जिहड़ा घबरा गया, क्योंकि मसां तां नानक मिलिया सी, हुण नानक विछड़ गया उहदे कोलों। घबराया होया भजदा है, दरख्तां नूं पुछदा फिरदा है, तुसीं इत्थे नानक नहीं वेखिया? दरियावां नूं पुछदा, इत्थे नानक नहीं वेखिया? पंछियां नूं पुछदा, इधर नानक नहीं वेखिया? इन्ना कमला हो गया, मुड़को मुड़की वाहो दाही, कल्ला ही भज गया जंगलां नूं, कोई नाल नहीं बंदा परिंदा। भजिया फिरदा, मुड़को मुड़की होया ते अखीर थक हार के डिग पिया। कहने जिस वेले वो डिग्गिया ना, बेहोश हो गया। जद बेहोश होया तो उहदे कोले ही गुरु नानक देव जी प्रगट हो गए। प्रगट होए, उन्होंने होश विच लिया, पखा झलिया, हथ नाल हवा दिती, होश लिया, पानी लिया पाया मूँह च। राजा होश विच आके की वेखदा कि बाबा नानक मेरे सामने बैठा। मैं गल कर रहा सी अज दे शब्द राही कि बंदे दे नाल किसे ने भी नहीं जाना एक हरि दे नाम तो बगैर। ते हरि नूं लभना अंदरों है, गवाचिया बंदा आप ही आ, रब नहीं गवाचिया। रब तो हर थां ते इहदे नाल ही आ, बंदा ही गवाचिया होया ते अपने आप नूं लभे। ते जिस वेले कहंदे धन गुरु नानक जी इहदे कोल बेहोश होए, कोल भेट अपने प्रगट हो गए ना, राजा कहना जी तुसीं किधर चले गए सी? बादशाह कहने क्यों? कहना मैं धर्मशाला बना के आया तुहानूं लैण वास्ते, ते तुसीं मैनूं लभे ही नहीं। बादशाह कहने तू कित्थे वेख्या? कहना मैं कित्थे नहीं वेख्या, दरियावां दे किनारे मैं वेख्या, दरख्तां थल्ले मैं वेख्या, सारे जंगल च वेख्या। बाबा जी कहते मैं तेरे नाल ही सीगा, कहो सतनाम सी। आ देख ना, तू जदों अपनी मत छड्ड के बेहोश हो गया, डिग पिया, तो मैं तेरे कोल इत्थे ही प्रगट हो गया। मैं तो तेरे अंदर ही हाँ राजिया, मैं बाहर नहीं हाँ, तू अपने अंदरों वेखना सीगा। कहना मैनू इहदा कित्थे गया ना, चलो धर्मशाला में चल गए, तो चल के मैनू भी तारना करो जिवें मानसुख दास नूं तारिया। तो फिर बाबा नानक जी उहदे नाल गए, उहदी धर्मशाला विच रुके। राजा शिवनाभ ते उहदी राणी दोनों ने आके आरती की, नमस्कार की, बेनती की, क्योंकि उदों हिंदू मत चलती ही ज़्यादा। तो फिर बाबा जी ने उस इलाके के लोगों को तारिया। राजे शिवनाभ नूं उत्थों दा प्रचारक ही बना दिता। खैर मनोवृत्तियां उत्थे रखीए। सतगुरु पातशाह कहंदे बंदे दे नाल किसे ने नहीं जाना, ना पुत्रा ने ना धीआं ने। पुत्र कलत्र न संग धना, हरि अविनाशीओ। मनुख दे नाल केवल ते केवल परमेश्वर ने निभना है। संसार दे किसी भी संबंध ने किसी दे नाल नहीं निभना। कल्ले कल्ले आए आ, कल्ले कल्ले जाना। ये संजोग विजोग है, लैन देन है। जिस तरह वजीदपुर की कथा है, तितर ते बाज दा मलाप। कौन सी पिछों?
ਇੱਕ ਬਾਣੀਆ ਸੀ, ਇੱਕ ਜ਼ਿਮੀਂਦਾਰ ਸੀ। ਜ਼ਿਮੀਂਦਾਰ ਨੇ ਬਾਣੀਏ ਤੋਂ ਕਰਜ਼ਾ ਲਿਆ ਸੀ, ਉਹਨੇ ਮੋੜਿਆ ਨਹੀਂ ਗਾ। ਬਾਣੀਆ ਕਹਿੰਦਾ ਜਾਮਣ ਦੇ, ਤੇ ਜ਼ਿਮੀਂਦਾਰ ਨੇ ਜਾਮਣੀ ਪਾਤੀ ਗੁਰੂ ਦੀ ਸਹੁੰ ਦੀ। ਕਹੋ ਸਤਨਾਮ। ਕਹਿੰਦਾ ਗੁਰੂ ਦੀ ਸਹੁੰ ਮੈਂ ਤੇਰੇ ਪੈਸੇ ਮੋੜੂੰਗਾ, ਪਰ ਮਰ ਗਿਆ। ਤੇ ਬਾਣੀਆ ਵੀ ਇਹੀ ਸੋਚਦਾ ਮਰ ਗਿਆ ਵੀ ਫਲਾਣੇ ਤੋਂ ਪੈਸੇ ਲੈਣੇ ਸੀਗੇ। ਉਹ ਲੁਕਦਾ ਹੋਇਆ ਮਰਿਆ, ਤਿੱਤਰ ਬਣ ਗਿਆ। ਇਹ ਬਾਜ ਬਣ ਗਿਆ, ਉਹਨੂੰ ਲੱਭਦਾ ਹੋਇਆ। ਇਹ ਬਾਜ ਬਣ ਕੇ ਗੁਰੂ ਗੋਬਿੰਦ ਸਿੰਘ ਕੋਲੇ ਪਹੁੰਚ ਗਿਆ, ਕਿਉਂਕਿ ਉਹਨੇ ਗੁਰੂ ਦੀ ਸਹੁੰ ਪਾਈ ਸੀ, ਗੁਰੂ ਜਾਮਣ ਸੀਗਾ। ਕਹੋ ਸਤਨਾਮ ਸੀ। ਇਹ ਬਾਜ ਬਣ ਕੇ ਉੱਥੇ ਪਹੁੰਚ ਗਿਆ ਤੇ ਗੁਰੂ ਪਾਤਸ਼ਾਹ ਮੁਕਤਸਰ ਸਾਹਿਬ ਦਾ ਜੰਗ ਸਮਾਪਤ ਕਰਕੇ, ਸ਼ਹੀਦਾਂ ਨੂੰ ਸੰਭਾਲ ਕੇ, ਉਹਨਾਂ ਦਾ ਸੰਸਕਾਰ ਕਰਕੇ, ਫਿਰ ਉੱਥੋਂ ਸਿੱਧੇ ਫਾਜ਼ਿਲਕਾ ਵਿੱਚ ਦੀ ਵਜੀਦਪੁਰ ਜਾਂਦੇ ਆ ਮੁਕਤਸਰ ਸਾਹਿਬ ਤੋਂ। ਫਿਰ ਜੰਗਲ ਦੇ ਵਿੱਚੋਂ ਲੱਭਦਾ ਉਹ ਤਿੱਤਰ, ਉਹ ਵਟੇਰਾ। ਤੇ ਪਾਤਸ਼ਾਹ ਕਹਿੰਦੇ ਲੱਭ ਗਿਆ, ਲੱਭ ਗਿਆ। ਪਿੱਛੇ ਬਾਜ ਛੱਡਤਾ, ਕਹਿੰਦੇ ਲਿਆ ਫੜ ਕੇ ਇਹਨੂੰ। ਫਿਰ ਬਾਜ ਭੱਜਦਾ ਮਗਰ ਤੇ ਉਹਨੂੰ ਜਿਉਂਦੇ ਨੂੰ ਫੜ ਲਿਆਉਂਦਾ, ਮਾਰਦਾ ਨਹੀਂ ਗਾ। ਬਈ ਜਾਮਣ ਕੋਲ ਲੈ ਕੇ ਚੱਲਦਾ। ਪਹਿਲਾਂ ਜਾਮਣ ਤਾਂ ਗੁਰੂ ਗੋਬਿੰਦ ਸਿੰਘ ਹੈ, ਤੇ ਗੁਰੂ ਗੋਬਿੰਦ ਸਿੰਘ ਨੇ ਉਹ ਬਾਜ ਦੇ ਪੈਰ ਫੜ ਕੇ ਨਾ, ਹੱਥ ਵਿੱਚ ਐ ਫੜ ਕੇ ਦੋਨੇ ਟੰਗਾਂ ਥੱਲਿਓਂ, ਤੇ ਉਸ ਨੂੰ ਜਿਉਂਦੇ ਨੂੰ ਬਾਜ ਕੰਨੀ ਕਰਤਾ। ਲੈ ਕਹਿੰਦੇ ਆਪਦਾ ਹਿਸਾਬ ਕਿਤਾਬ ਕਰ ਲਾ। ਤੇ ਬਾਜ ਨੇ ਉਹਦੇ ਫੰਗ ਤੋੜੇ, ਉਹ ਨੋਚਣਾ ਸ਼ੁਰੂ ਕੀਤਾ। ਕੋਲੇ ਬੈਠੇ ਸਿੰਘ ਭਾਈ ਮਾਨ ਸਿੰਘ ਵਰਗੇ, ਭਾਈ ਦਾਨ ਸਿੰਘ ਵਰਗੇ, ਇਹ ਹੈਰਾਨ ਹੁੰਦੇ ਆ ਵੀ ਮਹਾਰਾਜ ਜੇ ਤੁਸੀਂ ਬਾਜ ਨੂੰ ਖਵਾਉਣਾ ਹੀ ਆ, ਮਾਰ ਕੇ ਖਵਾ ਦਿਓ, ਇਹ ਜਿਉਂਦਾ ਕਿਉਂ ਖਵਾਈ ਜਾਂਦੇ ਹੋ? ਉਹ ਤੜਫੀ ਜਾਂਦਾ, ਤੁਸੀਂ ਹੱਸੀ ਜਾਂਦੇ ਹੋ। ਕਹਿੰਦੇ ਸਿੱਖਾ ਗੱਲ ਇੰਨੀ ਕੁ ਨਹੀਂ ਹੈਗੀ, ਇਹ ਗੱਲ ਬਹੁਤ ਤਕੜੀ ਆ। ਕਹਿੰਦੇ ਫਿਰ ਵੀ, ਕਹਿੰਦੇ ਇਹ ਜਿਹੜਾ ਬਾਜ ਹੈ ਨਾ, ਇਹ ਤਾਂ ਹੈਗਾ ਬਾਣੀਆ, ਤੇ ਆਹ ਜਿਹੜਾ ਹੈਗਾ ਤਿੱਤਰ, ਇਹ ਹੈਗਾ ਜੱਟ। ਇਸ ਨੇ ਇਹ ਤੋਂ ਕਰਜ਼ਾ ਲਿਆ ਸੀਗਾ, ਤੇ ਕਰਜ਼ਾ ਇਹਨੇ ਮੋੜਿਆ ਨਹੀਂ, ਇਹਦਾ ਲੁਕਦਾ ਰਿਹਾ। ਤੇ ਇੱਕ ਦਿਨ ਬਾਣੀਏ ਨੇ ਘੇਰ ਲਿਆ, ਕਹਿੰਦਾ ਵੀ ਕਰਜ਼ਾ ਦੇ, ਮੇਰਾ ਪੈਸੇ ਦੇ। ਇਹ ਕਹਿੰਦਾ ਪੈਸੇ ਹੈ ਨਹੀਂ, ਹੁਣ ਮੈਂ ਕਿੱਥੋਂ ਦੇਵਾਂ? ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਨਾ ਹੁਣ ਤਾਂ ਯਾਰ ਮੇਰਾ ਮਾਸ ਵੱਢ ਲੈ, ਹੁਣ ਪੈਸੇ ਤਾਂ ਹੈ ਨਹੀਂ। ਕਹੋ ਸਤਨਾਮ ਸ੍ਰੀ। ਬਾਣੀਆ ਕਹਿੰਦਾ ਜਾਮਣ ਦੇ ਕੇ ਜਾ। ਇਹਨੇ ਜਾਮਣ ਮੈਨੂੰ ਪਾਤਾ, ਕਹਿੰਦਾ ਗੁਰੂ ਦੀ ਸਹੁੰ ਦੇਊਂਗਾ। ਫਿਰ ਗਵਾਚ ਗਿਆ ਇਹ। ਮੁੜ ਕੇ ਇੱਕ ਸ਼ਹਿਰ ਛੱਡ ਕੇ ਦੂਜੇ ਸ਼ਹਿਰ, ਦੂਜੇ ਪਿੰਡ ਚਲਿਆ ਗਿਆ, ਮੁੜ ਕੇ ਮਰ ਗਿਆ। ਲੇਕਿਨ ਦੋਨਾਂ ਦੇ ਅੰਦਰ ਸੁਰਤ ਰਹੀ ਪੈਸੇ ਦੇ ਲੈਣ ਦੇਣ ਦੀ। ਸੋ ਆਪਣਾ ਲੈਣ ਦੇਣ ਦਾ ਹਿਸਾਬ ਕਿਤਾਬ ਹੀ ਆ, ਹੋਰ ਕੁਛ ਵੀ ਨਹੀਂ। ਕਹੋ ਸਤਨਾਮ। ਕਿਸੇ ਨੇ ਲੈਣਾ ਉਹ ਪੁੱਤ ਬਣ ਕੇ ਆ ਗਿਆ, ਧੀ ਬਣ ਕੇ ਆ ਗਿਆ। ਜਿਹਨੇ ਦੇਣਾ ਉਹ ਪਿਓ ਬਣ ਗਿਆ। ਕਹੋ ਸਤਨਾਮ, ਮਾਂ ਬਣ ਗਿਆ। ਤੋ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਇਹ ਕਾਰਨ ਸੀ ਮੈਂ ਇਹਨੂੰ ਜਿਉਂਦਾ ਫੜਾਇਆ, ਕਿਉਂਕਿ ਜੇ ਮਾਰ ਕੇ ਦਿੰਦੇ ਫਿਰ ਤਾਂ ਰੂਹ ਫਿਰ ਭੱਜ ਜਾਂਦੀ। ਹਿਸਾਬ ਕੌਣ ਕਰਦਾ? ਹਿਸਾਬ ਤਾਂ ਰੂਹਾਂ ਦਾ, ਸਰੀਰਾਂ ਦਾ ਥੋੜ੍ਹਾ ਹੀ ਆ। ਇਸ ਕਰਕੇ ਜਿਉਂਦਾ ਇਹਦੇ ਹਵਾਲੇ ਕੀਤਾ ਮੈਂ। ਔਰ ਇਸ ਨੇ ਉਸ ਨੂੰ ਨੋਚ ਨੋਚ ਕੇ ਖਾ ਕੇ, ਉਹਦੀਆਂ ਅੱਖਾਂ ਦੇ ਸਾਹਮਣੇ ਉਹਦਾ ਮਾਸ ਖਾ ਕੇ ਹਿਸਾਬ ਬਰਾਬਰ ਕਰ ਲਿਆ। ਬਸ ਠੀਕ ਆ। ਕਹੋ ਸਤਨਾਮ ਸ੍ਰੀ। ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਕੋਈ ਕਿਸੇ ਦੇ ਨਾਲ ਨਹੀਂ ਜਾਣਾ। ਅੱਜ ਦੇ ਸ਼ਬਦ ਵਿੱਚ ਕਹਿੰਦੇ ਪੁੱਤਰ ਕਲਤਰ ਨ ਸੰਗ ਧਨ ਹਰਿ ਅਬਨਾਸ਼ੀ। ਉਹ ਕੇਵਲ ਤੇ ਕੇਵਲ ਪਰਮੇਸ਼ਰ ਨੇ ਸਾਡਾ ਸਾਥ ਦੇਣਾ। ਪਲਚ ਪਲਚ ਸਗਲੀ ਮੋਈ ਝੂਠੈ ਧੰਦੈ ਮੋਹ। ਪਰ ਦੁਨੀਆ ਪਲਚ ਕੇ ਉਲਝ ਕੇ ਮੇਰੀ ਧੀ ਨੂੰ ਕਾਮਯਾਬ ਕਰਦਿਆਂ, ਮੇਰੇ ਪੁੱਤ ਨੂੰ ਕਾਮਯਾਬ ਕਰਦਿਆਂ, ਬਸ ਇਸੇ ਚੱਕਰ 'ਚ ਹੀ ਪਈ ਰਹਿੰਦੀ ਆ। ਕਹੋ ਸਤਨਾਮ। ਪਰਮੇਸ਼ਰ ਨਾਲ ਨਹੀਂ ਜੁੜਦਾ। ਵੈਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੰਭਸ਼ੋ। ਪਲਚ ਪਲਚ ਕੇ ਉਲਝ ਉਲਝ ਕੇ, ਜਿਵੇਂ ਆ ਪਤੰਗ ਚਲਾਉਣਗੇ ਨਾ ਜਵਾਕ ਬਸੰਤ ਰੁੱਤ 'ਚ, ਤੇ ਵਿਚਾਰੇ ਜਾਨਵਰਾਂ ਦੇ ਪੈਰਾਂ ਵਿੱਚ ਡੋਰ ਪੈ ਜਾਂਦੀ ਆ, ਉੱਥੇ ਉਲਝ ਕੇ ਲੰਕ ਕੇ ਮਰ ਜਾਂਦੇ ਆ ਕਿਤੇ ਨਾ ਕਿਤੇ। ਚੰਗੀ ਗੱਲ ਨਹੀਂ। ਲੋਕ ਆ ਬਸੰਤ ਰੁੱਤ ਆ ਗਈ ਹੁਣ, ਉੱਚੇ ਉੱਚੇ ਡੀਜੇ ਲਾਉਂਦੇ ਆ, ਰਾਤ ਨੂੰ ਪਤੰਗ ਚੜਾਉਂਦੇ ਆ, ਰੌਲਾ ਪਾਉਂਦੇ ਆ, ਗਾਣੇ ਲਾਉਂਦੇ ਆ, ਤੇ ਨੌਜਵਾਨ ਮੁੰਡੇ ਰੌਲਾ ਪਾਉਂਦੇ ਆ। ਬੜੇ ਖੁਸ਼ ਆ, ਬੜੇ ਬਾਗੋ ਬਾਗ ਆਨੰਦ ਆ ਰਿਹਾ। ਓਏ ਇਹ ਡੋਰ ਨਹੀਂ ਚੜਾਉਣੀ ਸੀ, ਸੁਰਤ ਦੀ ਡੋਰ ਚੜਾਉਣੀ ਸੀ, ਸ਼ਬਦ ਨਾਲ ਜੋੜ ਕੇ ਉਹ ਆਨੰਦ ਲੈਣਾ ਸੀਗਾ। ਇਹ ਆਨੰਦ ਨਹੀਂ ਲੈ ਰਹੇ। ਕਈ ਜਾਨਵਰਾਂ ਦੀ ਮੌਤ ਦਾ ਕਾਰਨ ਵੀ ਬਣ ਰਹੇ ਹੋ, ਪਾਪਾਂ ਦਾ ਕਾਰਨ ਬਣ ਰਹੇ ਹੋ। ਠੀਕ ਹੈ, ਬਸੰਤ ਰੁੱਤ ਇੱਕ ਸੁਨੇਹਾ ਦਿੰਦੀ ਆ, ਪਰ ਉਹ ਡੀਜਿਆਂ ਵਾਲਾ ਨਹੀਂ ਦਿੰਦੀ ਗੀ। ਬਸੰਤ ਰੁੱਤ ਕਹਿੰਦੀ ਹੈ ਸਿੱਖਾ ਦੇਖੋ, ਨਾ ਤਾਂ ਠੰਡ ਹੈ ਨਾ ਗਰਮੀ ਹੈ, ਬਹਿ ਕੇ ਨਾਮ ਹੀ ਜਪ ਲਾ।
हर का नाम ध्याए कै हो हरिया भाई, कर्म लखनते पाई है यह रुत सुहाई। वन त्रिन त्रै भवन मौलिया, बसंत रुत तो यह कहती है, पर मनुख पुट्ठा चलदा। पलच पलच सगली मोई, झूठा धंधे मोह। ये बंदा उलझ उलझ के मरदा जा रहा है, जमदा जा रहा है, धंधियां विच फस के। इन्नी कमाई कर करके जमा करी जाता 7 पुश्तां तक, पर आप नहीं खांदा गा, आप भुखा रह जाता। सोमह धन राखण को दिया, मुगध कहे धन मेरा। तो फिर जमदूत आ गए, जम का डंड मूंड में लागे। जो सिर में जमा डंडा पैंदा, खिन में करे नवेरा। प्राणी क्या मेरा क्या तेरा, जैसे तरवर पंख बसेरा। इत्थे तां बस उही हालत है अपनी। कोई दरख्त उत्ते पंछी आल ना पाउंदा है, उड़ जाता है, मर जाता है, मुड़ के दरख्त उत्थे ही रह जाता है। ये हालत मनुख दी है। पलच पलच सगली मोई, झूठा धंधे मोहो। एक सहर कै नाम बिन, एक हरि का नाम नहीं जमदूत खो सकते, बाकी सारा कुछ खोया जाएगा। एक सहर के नाम बिन अग्गै लईऐ खोहे, कहते हरि का नाम ही तेरे नाल जान वाला है। बाकी पुण्य दान जो बीज दे सब धर्म राय के जाई। जेड़े पुण्य दान करते हो ये धर्मराज तो गाहां नहीं टपदे। जे नाम नहीं जपिया तो ये सब कुछ इत्थे ही खत्म हो जाना, तो फिर धर्मराज के हवाले आ जाना। उन्हें फड़ लेना, फिर उन्हें तपदे हुए कड़ाहियां विच तलना, तपदे थम्मां नाल बन्नना। हुण तुसीं कहोगे भी जी आकाशां विच कित्थे है तपदे थंब ते कित्थे है तपदे कड़ाहे। ये धरती के उत्ते सब कुछ है। तलियां जांदियां ना मच्छियां, उन्हां विच भी अपने वाली जीवात्मा ही आ। को सतनाम। और जानवर पशु धुप्पे बन्ने पे है संगलों नाल, बंदे की मर्जी आ खोल के छावें करे या ना करे, आपदी आप नहीं हो सकते। आवारा पशु सड़कों पर रुलते फिरते हैं, ये नरक ही तो भोग रहे हैं। को सतनाम श्री। होर कित्थे वेखना नरक। इसे धरती उत्ते नरक ते स्वर्ग भी है। इसे धरती उत्ते सचखंड हरमंदर साहब का नक्शा भी परमेश्वर के घर का नक्शा लाता थले गुरु अर्जन देव महाराज जी ने। इत्थे देता सब कुछ। हर के एक सहर के नाम बिन अग्गै लईऐ खोहे, दयो विसार विगोचना। परमेश्वर नूं विसार के विगोचना दुखी होना। विगोचा पैना की है? विछड़ के दुखी होना। विगोचा शब्द असीं मालवे विच वरतदे हां। विगोचा मतलब विछड़ के दुखी होना। दयो विसार विगोचना, प्रभ बिन अवर न कोय। परमेश्वर ते भुलिया व्यापन सभे रोग, बेमुख होए राम ते लगन जन्म विजोग। खिनमै कौड़े होए गए जितने माया भोग। दयो विसार विगोचना, प्रभ बिन अवर न कोय। आओ प्रीतम चरनी जो लगे। जिहड़ा गुरु दे चरनी लगे, जिहड़ा गुरु वाला बने। प्रीतम चरनी जो लगे, तिनकी निर्मल सोए। उन्हां दी आत्मा साफ हो जाती है, उन्हां दी बोलबाणी साफ हो जाती है। जो मालक दे चरनी लग जाते हैं। नानकी प्रभ बेनती। आओ आपां सारे आखिरी पंक्तियों में बाबा जी कहते आओ बेनती करिए। किवें? नानकी प्रभ बेनती, प्रभ मिलो प्राप्त होए। मालका मैं भी तो विछड़िया होया, तू ये विछोड़े की गल की है। यही तो हालत मेरी आ, ये हालत सारे मनुखों की आ, सारी सृष्टि की आ। विसाख के महीने में पातशाह विछोड़े की गल करते हैं। हे नानक आ बेनती कर। नानकी प्रभ बेनती, प्रभ मिलो प्राप्त होए। वैसाख सुहावा तां लगे। वैसाख विसाख का महीना नहीं, वैसाख ये शरीर तां सोहना लगता है। ये 2 शब्दों का जोड़ है। केवल 12 माह लिखने वेले महीनों का ख्याल नहीं रखा पातशाह ने, ये ब्रह्म ज्ञान भी भरिया होया है। वैसाख ये शरीर रूपी टाणी तां सोहनी लगती है जे मालक रूपी दरख्त नाल जुड़ी रहे। जिहड़ी टुट जाती है वो सड़ जाती है, सुक जाती है, गल जाती है, खत्म हो जाती है। हनेरियां रोड़ के पता नहीं किधर लै जांदियां। को सतनाम श्री। तो किहड़ी टाणी चंगी लगती है, किहड़ी शाखा चंगी लगती है, किहड़ा शरीर चंगा लगता है गुरु नूं?
वैसाख सुहावा तां लग्या जा संत भेटा हर सोए। ਜਿਹੜੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਦੇ ਆ ਉਹ ਚੰਗੇ ਲੱਗਦੇ ਆ, ਤੇ ਜਿਹੜੇ ਨਹੀਂ ਕਰਦੇ ਮਨਮਤ ਕਰਦੇ ਆ, ਮਨਮਰਜ਼ੀ ਕਰਦੇ ਆ, ਵਿਛੜ ਜਾਂਦੇ ਆ, ਭਟਕ ਜਾਂਦੇ ਆ, ਦੁਖੀ ਹੋ ਜਾਂਦੇ ਆ, ਖਤਮ ਹੋ ਜਾਂਦੇ ਆ। ਪਲਚ ਪਲਚ ਸਗਲੀ ਮੋਈ ਝੂਠੈ ਤੰਦੇ ਮੂੰਹ। ਇਹ ਸੀ ਵਿਸਾਖ ਦੇ ਮਹੀਨੇ ਦੀ ਵਿਚਾਰ। ਅੱਗੇ ਚੱਲ ਪਿਆ ਮਹੀਨਾ ਜੇਠ। ਜੇਠ ਜੁੜੰਦਾ ਲੋਹੜੀ ਹੈ। ਇੱਥੇ ਜੇਠ ਦਾ ਅਰਥ ਵੀ ਕੇਵਲ ਜੇਠ ਨਹੀਂ ਹੈ, ਇੱਥੇ ਜੇਠ ਦਾ ਮਤਲਬ ਹੈ ਵੱਡਾ, ਤੇ ਸਭ ਤੋਂ ਵੱਡਾ ਪਰਮੇਸ਼ਰ ਹੈ। ਸੁਣ ਵੱਡਾ ਆਖੈ ਸਭ ਕੋਏ। ਉਹਦੇ ਨਾਲ ਕਿਵੇਂ ਜੁੜਨਾ ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੁਕਦੇ ਆ, ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।